ਰੋਜ਼ਾਨਾ ਲੋਕ ਨਾਦ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਅੱਜ ਵੱਡਾ ਦਿਨ ਹੈ ਕਿਉਂਕਿ ਪੰਜਾਬ ਦੀ ਇੱਕ ਅਹਿਮ ਮਾਮਲੇ ਦੀ ਰਿਪੋਰਟ ਐਸਟੀਐਫ ਰਿਪੋਰਟ ਜਿਹੜੀ ਹੈ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਕਿ ਅੱਜ ਕੋਰਟ ਦੇ ਵਿੱਚ ਉਹ ਰਿਪੋਰਟ ਖੁੱਲਦੀ ਹੈ ਜਾਂ ਨਹੀਂ ਖੁੱਲਦੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਜੇਕਰ ਖੁੱਲਦੀ ਹੈ ਤਾਂ ਕਿਹੜੇ ਪਟਾਕੇ ਪੈਣ ਜਾ ਰਹੇ ਨੇ ਤੇ ਜੇਕਰ ਨਹੀਂ ਖੁੱਲਦੀ ਤਾਂ ਕਿਹੜੇ ਪਟਾਕੇ ਪੈਣ ਜਾ ਰਹੇ ਨੇ। ਕੱਲ ਇਸੇ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਘੇਰਿਆ ਗਿਆ ਸੀਗਾ। ਸਾਫ਼ ਤੌਰ ਤੇ ਕਟਹਿਰੇ ਦੇ ਵਿੱਚ ਖੜੇ ਦਿਖਾਈ ਦੇ ਰਹੇ ਸੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ। ਯਾਨੀ ਕਿ ਜੇਕਰ ਰਿਪੋਰਟ ਖੁੱਲਦੀ ਵੀ ਹੈ ਤੇ ਜੇ ਨਹੀਂ ਵੀ ਖੁੱਲਦੀ, ਦੋਨਾਂ ਸੂਰਤਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਟਾਕੇ ਪਾਉਣ ਦੇ ਲਈ ਤਿਆਰ ਨੇ। ਤੇ ਸਰਕਾਰ ਕੋਲੇ ਕੀ ਰਸਤਾ ਰਹਿ ਜਾਂਦਾ ਹੈ, ਚੰਨੀ ਤੇ ਰੰਧਾਵਾ ਕੋਲ ਕੀ ਰਸਤਾ ਰਹਿ ਜਾਂਦਾ ਸਿੱਧੂ ਕੋਲੋਂ ਬਚਣ ਦਾ, ਉਹ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਤਾਂ ਉੱਥੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਜਿਹੜੇ ਓਪੀ ਸੋਨੀ ਨੇ, ਉਹਨਾਂ ਨਾਲ ਸੋਨੀਆ ਗਾਂਧੀ ਦੀ ਲੰਮੀ ਮੀਟਿੰਗ ਹੋਈ ਹੈ, ਪੰਜਾਬ ਸੰਬੰਧੀ ਗੱਲਾਂ ਬਾਤਾਂ ਹੋਈਆਂ ਨੇ, ਕੀ ਕੁਝ ਗੱਲਾਂ ਬਾਤਾਂ ਹੋਈਆਂ ਤੇ ਕਿਉਂ ਇਹ ਮੀਟਿੰਗ ਹੋਈ ਹੈ, ਇਸ ਤੇ ਵੀ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪੰਜਾਬ ਮਹਿਲਾ ਕਾਂਗਰਸ ਨੂੰ ਨਵੀਂ ਪ੍ਰਧਾਨ ਮਿਲੀ ਹੈ। ਉਸ ਤੇ ਬਾਅਦ ਗੱਲਬਾਤ ਕਰਨ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਅੱਜ ਪੰਜਾਬ ਦੀ ਸਾਰੀ ਕੈਬਨਿਟ ਜਿਹੜੀ ਹੈ ਉਹ ਜਿਹੜਾ ਨਤਮਸਤਕ ਹੋਣ ਜਾ ਰਹੀ ਹੈ ਕਰਤਾਰਪੁਰ ਸਾਹਿਬ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮੇਂਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸਰ, ਅੱਜ ਪੰਜਾਬ ਦੀ ਸਿਆਸਤ ਦਾ ਅਹਿਮ ਦਿਨ ਹੈ। ਅੱਜ ਐਸਟੀਐਫ ਰਿਪੋਰਟ ਦੀ ਸੁਣਵਾਈ ਹੈ ਹਾਈ ਕੋਰਟ ਦੇ ਵਿੱਚ। ਕਿਵੇਂ ਦੇਖਦੇ ਹੋ ਕਿ ਜੇਕਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਆਪਣੀ ਸਰਕਾਰ ਨੂੰ ਘੇਰਿਆ ਗਿਆ, ਤਾਂ ਕਿਵੇਂ ਦੇਖਦੇ ਹੋ ਜੇ ਰਿਪੋਰਟ ਖੁੱਲਦੀ ਹੈ ਤਾਂ ਫਿਰ ਕਾਰਵਾਈ ਦੇ ਲਈ ਮਜਬੂਰ ਕੀਤਾ ਜਾਊਗਾ, ਕਾਰਵਾਈ ਦੇ ਲਈ ਪ੍ਰੈਸ਼ਰ ਪਾਇਆ ਜਾਊਗਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਉਸ ਦੇ ਵਿੱਚ ਵੀ ਘਿਰਦੇ ਦਿਖਾਈ ਦੇਣਗੇ ਚੰਨੀ ਤੇ ਰੰਧਾਵਾ। ਤੇ ਜੇ ਨਹੀਂ ਖੁੱਲਦੀ ਤਾਂ ਵੀ ਰਿਪੋਰਟ ਆਪਣੇ ਪੱਧਰ ਤੇ ਜਨਤਕ ਕਰਨ ਦੀ ਪ੍ਰੈਸ਼ਰ ਜਿਹੜੇ ਉਹ ਕ੍ਰੀਏਟ ਕੀਤਾ ਜਾਊਗਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਕਿਉਂਕਿ ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਦੇ ਕੋਲ ਸਾਰੇ ਅਧਿਕਾਰ ਹੈਗੇ ਆ ਜਨਤਕ ਕਰਨ ਦੇ, ਕਾਰਵਾਈ ਕਰਨ ਦੇ, ਤਾਂ ਫਿਰ ਕਿਉਂ ਨਹੀਂ ਕਰ ਰਹੀ। ਤਾਂ ਦੋਵਾਂ ਸੂਰਤਾਂ ਦੇ ਵਿੱਚ ਕਿਵੇਂ ਦੇਖਦੇ ਹੋ ਅੱਜ ਪੰਜਾਬ ਦੀ ਸਿਆਸਤ ਦੇ ਲਈ ਵੱਡਾ ਦਿਨ ਹੈ, ਜਿੱਥੇ ਇੱਕ ਪਾਰਟੀ ਦਾ ਵੱਡਾ ਲੀਡਰ ਇਹਦੇ ਵਿੱਚ ਦੋਸ਼ੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਉਹ ਕਹਿ ਰਿਹਾ ਕਿ ਮੈਂ ਇਹਦੇ ਵਿੱਚ ਦੋਸ਼ੀ ਨਹੀਂ, ਉਹਨੇ ਵੀ ਪਟੀਸ਼ਨ ਪਾਤੀ ਹੈ ਕਿ ਭਾਈ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਤੇ ਦੂਜੇ ਪਾਸੇ ਜਿਹੜੀ ਸਰਕਾਰ ਤੇ ਆਪਣਾ ਹੀ ਪ੍ਰਧਾਨ ਦੋਸ਼ ਲਗਾ ਰਿਹਾ ਹੈ ਕਿ ਸਾਡੇ ਕੋਲ ਸਾਰੇ ਅਧਿਕਾਰ ਹੋਣ ਦੇ ਬਾਵਜੂਦ ਨਾ ਤਾਂ ਹੀ ਰਿਪੋਰਟ ਜਨਤਕ ਕਰ ਰਹੇ ਆ ਨਾ ਕਾਰਵਾਈ ਕਰ ਰਹੇ ਆ। ਤਾਂ ਦੋਵਾਂ ਸੂਰਤਾਂ ਦੇ ਵਿੱਚ ਪਟਾਕੇ ਪੈਣ ਦੀ ਤਿਆਰੀ ਹੈ, ਅੱਜ ਵੱਡਾ ਦਿਨ ਹੈ। ਜੀ ਜੀ ਬਿਲਕੁਲ। ਦੇਖੋ, ਇਸ ਤੋਂ ਪਹਿਲਾਂ ਵੀ ਆਪਾਂ, ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਲਗਾਤਾਰ ਕਈ ਵਾਰੀ ਜਦੋਂ ਐਸਟੀਐਫ ਦੀ ਰਿਪੋਰਟ ਖੁੱਲ੍ਹਣੀ ਹੁੰਦੀ ਸੀ, ਆਪਾਂ ਉਸ ਪ੍ਰੋਗਰਾਮ ਵੀ ਕਰਦੇ ਰਹੇ ਹਾਂ ਔਰ ਉਦੋਂ ਵੀ ਨਵਜੋਤ ਸਿੰਘ ਸਿੱਧੂ ਇਹੀ ਉਮੀਦ ਜਤਾਉਂਦੇ ਰਹੇ ਨੇ ਕਿ ਸ਼ਾਇਦ ਅੱਜ ਜਿਹੜੀ ਹੈਗੀ ਹੈ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਅੱਜ ਸ਼ਾਮ ਨੂੰ 3 ਵਜੇ ਤੋਂ ਬਾਅਦ ਉਹ ਰਿਪੋਰਟ ਖੁੱਲਣੀ ਹੈ, ਤਾਂ ਹੋ ਸਕਦਾ ਹੈ ਕਿ ਉਦੋਂ ਵੀ ਇਹੀ ਲੱਗਦਾ ਹੁੰਦਾ ਸੀਗਾ ਕਿ ਅੱਜ ਖੁੱਲਦੀ ਹੈ, ਕੱਲ ਖੁੱਲਦੀ ਹੈ। ਯਾਨੀ ਕਿ ਖਿਸਕਾਉਂਦੇ ਖਿਸਕਾਉਂਦੇ ਅੱਜ ਜਿਹੜੀ ਹੈਗੀ ਹੈ ਉੱਥੋਂ ਤੱਕ ਪਹੁੰਚ ਚੁੱਕੀ ਹੈ ਗੱਲ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਸ਼ੰਕੇ ਕੱਲ ਜਤਾਏ ਨੇ ਆਪਣੇ ਟਵੀਟਾਂ ਦੇ ਵਿੱਚ, ਉਹ ਬਿਲਕੁਲ ਸਹੀ ਨੇ। ਔਰ ਇਹਦੇ ਵਿੱਚ ਮਿਲੀ ਭੁਗਤ ਜਿਹੜੀ ਸੀਗੀ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਕੈਪਟਨ ਸਾਹਿਬ ਸੱਤਾ 'ਚ ਸੀਗੇ, ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਕੈਪਟਨ ਸਾਹਿਬ ਨੂੰ ਗ੍ਰਹਿ ਮੰਤਰਾਲਾ ਜਿਹੜਾ ਸੀਗਾ ਉਹ ਉਹਨਾਂ ਦੇ ਕੋਲ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਿਹੜੇ ਨਵਜੋਤ ਸਿੰਘ ਸਿੱਧੂ ਸ਼ੱਕ ਜ਼ਾਹਿਰ ਕਰਦੇ ਸੀਗੇ ਕਿ ਜਾਣ ਬੁੱਝ ਕੇ ਇਹ ਜਿਹੜੀ ਰਿਪੋਰਟ ਹੈ ਉਸ ਵੇਲੇ ਖੋਲ੍ਹ ਹੀ ਨਹੀਂ ਸੀ ਜਾ ਰਹੀ, ਹੁਣ ਉਹ ਦੁਬਾਰਾ ਫੇਰ ਉਹਨਾਂ ਨੂੰ ਜਿਹੜੇ ਸ਼ੰਕੇ ਜ਼ਰੂਰ ਨੇ, ਪਰ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਅੱਜ ਜ਼ਰੂਰ ਇਹ ਜਿਹੜੀ ਰਿਪੋਰਟ ਹੈ ਇਹ ਖੋਲ੍ਹੀ ਜਾਏਗੀ ਔਰ ਇਹਦੇ ਵਿੱਚ ਜਿਹੜੇ ਵੀ ਨਾਮ ਆ ਰਹੇ ਨੇ ਜਾਂ ਆ ਸਕਦੇ ਨੇ ਉਹਨਾਂ ਦੀਆਂ ਸੰਭਾਵਨਾਵਾਂ ਜ਼ਰੂਰ ਨਜ਼ਰ ਆ ਰਹੀਆਂ ਨੇ। ਪਰ ਇਹਦਾ ਮਤਲਬ, ਕਿਉਂਕਿ ਇਹ ਮਸਲਾ ਜਿਹੜਾ ਹੈਗਾ, ਇਹ ਮਸਲਾ ਇੰਨਾ ਗੰਭੀਰ ਹੈ ਕਿ ਪੰਜਾਬ ਦੇ ਅੱਜ ਆਪਾਂ ਕਹਿ ਸਕਦੇ ਹਾਂ ਕਿ ਨੌਜਵਾਨੀ ਦੇ ਲਈ ਆਪਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲਗਾਤਾਰ 1 ਜਾਂ 2 ਸਾਡੇ ਜਿਹੜੇ ਨੌਜਵਾਨ ਨੇ ਹਰ ਰੋਜ਼ ਨਸ਼ਿਆਂ ਦੀ ਓਵਰਡੋਜ਼ ਕਰਕੇ ਮਰ ਰਹੇ ਨੇ। ਸੋ 17 ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀਗਾ ਔਰ 17 ਦੇ ਵਿੱਚ ਤਾਂ ਇੱਥੋਂ ਤੱਕ ਗੱਲ ਚਲੀ ਗਈ ਸੀ ਕਿ ਕੈਪਟਨ ਸਾਹਿਬ ਨੂੰ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਣੀ ਪਈ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਇਹ ਨਸ਼ੇ ਦਾ ਲੱਕ ਤੋੜਾਂਗਾ। ਸੋ ਲੱਕ ਤਾਂ ਕੀ ਟੁੱਟਣਾ ਸੀਗਾ, ਇਹਦੀ ਕੋਈ ਝਰੀਟ ਵੀ ਨਹੀਂ ਆਈ। ਸੋ ਇਸ ਕਰਕੇ ਆਪਾਂ ਇਹ ਗੱਲ ਮੰਨਦੇ ਹਾਂ
ਕਿ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਬੁੱਧੂ ਬਣਾਇਆ ਗਿਆ ਕਿ ਅਸੀਂ ਨਸ਼ਿਆਂ ਦੇ ਜਿਹੜੇ ਵੱਡੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਔਰ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਬੰਦ ਕਰਾਂਗੇ। ਸੁਖਵਿੰਦਰ ਜੀ, ਜਿਹੜੀ ਗੱਲ ਸਮਝਣ ਵਾਲੀ ਹੈ ਉਹ ਇਹੀ ਹੈ ਕਿ ਨਸ਼ਿਆਂ ਨਾਲ ਸੰਬੰਧਿਤ ਅਰਬਾਂ ਖਰਬਾਂ ਦਾ ਜਿਹੜਾ ਹੈਗਾ ਬਿਜ਼ਨਸ ਚੱਲ ਰਿਹਾ ਅੰਦਰ ਖਾਤੇ, ਔਰ ਇਸ ਦੇ ਬਾਰੇ ਬਹੁਤ ਵੱਡੀਆਂ ਰਿਪੋਰਟਾਂ ਵੀ ਸਾਹਮਣੇ ਆ ਚੁੱਕੀਆਂ ਨੇ। ਬਹੁਤ ਵੱਡੇ ਜਿਹੜੇ ਨੇ ਲੋਕ ਜਿਹੜੇ ਨੇ ਉਹ ਇਹਨਾਂ ਦੇ ਬਾਰੇ ਕੱਲੀ ਕੱਲੀ ਗੱਲ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਰੱਖ ਚੁੱਕੇ ਨੇ। ਪਰ ਇਹਦੇ ਬਾਵਜੂਦ ਨਾ ਪਿਛਲੀਆਂ ਸਰਕਾਰਾਂ, ਜਦੋਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਨਾ ਉਸ ਵੇਲੇ ਨਸ਼ਾ ਖਤਮ ਹੋਇਆ, ਨਾ ਹੀ ਜਦੋਂ ਕਾਂਗਰਸ ਦੀ ਸਰਕਾਰ ਆਈ, ਕੈਪਟਨ ਸਰਕਾਰ ਆਈ, ਉਦੋਂ ਨਸ਼ਾ ਖਤਮ ਹੋਇਆ, ਨਾ ਹੀ ਜਦੋਂ ਹੁਣ ਲਗਭਗ 2 ਮਹੀਨਿਆਂ ਤੋਂ ਚੰਨੀ ਸਰਕਾਰ ਸੱਤਾ 'ਚ ਹੈ, ਨਾ ਹੀ ਉਦੋਂ ਕੋਈ ਨਸ਼ਿਆਂ ਨੂੰ ਠੱਲ ਪੈਂਦੀ ਨਜ਼ਰ ਆ ਰਹੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਇਹ ਆਵਾਜ਼ ਉਠਾ ਰਹੇ ਨੇ ਕਿ ਤੁਸੀਂ ਅੱਜ ਇਸ ਨੂੰ ਨਸ਼ਰ ਕਰੋ, ਅੱਜ ਜਿਹੜੀ ਹੈਗੀ ਆ ਹੋਣੀ ਚਾਹੀਦੀ ਆ, ਪਰ ਹੋ ਨਹੀਂ ਰਿਹਾ। ਇਹਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀਗੀ ਸਰਕਾਰ ਵੱਲੋਂ, ਉਹ ਗੰਭੀਰਤਾ ਪਿਛਲੇ ਦਿਨਾਂ ਦੇ ਵਿੱਚ ਵੀ ਨਹੀਂ ਦਿਖਾਈ ਗਈ, ਨਾ ਹੀ ਉਹ ਹੁਣ ਜਿਹੜੀ ਹੈਗੀ ਆ ਗੰਭੀਰਤਾ ਦਿਖਾਈ ਜਾ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਬਿਲਕੁਲ ਸਹੀ ਗੱਲ ਕਰ ਰਹੇ ਨੇ ਔਰ ਆਪਣੇ ਵੱਲੋਂ ਜ਼ਰੂਰ ਉਹ ਕੋਸ਼ਿਸ਼ ਕਰ ਰਹੇ ਨੇ, ਦਬਾਅ ਬਣਾ ਰਹੇ ਨੇ ਕਿ ਸਰਕਾਰ ਜਿਹੜੀ ਹੈਗੀ ਹੈ ਹੁਣ ਤੱਕ, ਕਿਉਂਕਿ ਚੰਨੀ ਸਰਕਾਰ ਹੈ, ਚੰਨੀ ਸਰਕਾਰ ਇਸ ਲਈ ਸਾਹਮਣੇ ਆਈ ਸੀਗੀ, ਇਸ ਲਈ ਸੱਤਾ 'ਚ ਆਈ ਸੀਗੀ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਕੈਪਟਨ ਸਾਹਿਬ ਦੇ ਜਿਹੜੇ ਅਧੂਰੇ ਵਾਅਦੇ ਨੇ ਉਹ ਅਸੀਂ ਪੂਰੇ ਕਰਾਂਗੇ। ਔਰ ਆਪਾਂ ਨੇ ਵੀ ਦੇਖਿਆ ਹੈ ਕਿ ਬਾਕੀ ਸਾਰੇ ਮਸਲਿਆਂ ਦੇ ਵਿੱਚ ਬਹੁਤ ਗੰਭੀਰਤਾ ਦਿਖਾ ਰਹੇ ਨੇ ਚੰਨੀ ਸਾਹਿਬ, ਪਰ ਜਿਹੜੇ ਬੁਨਿਆਦੀ ਮਸਲੇ ਨੇ ਪੰਜਾਬ ਦੇ, ਚਾਹੇ ਕਿਸਾਨੀ ਦਾ ਮਸਲਾ ਹੋਵੇ, ਚਾਹੇ ਕਿਸਾਨਾਂ ਨੂੰ ਜਿਹੜਾ ਹੈਗਾ ਬਿਲਕੁਲ ਕਰਜ਼ਾ ਮੁਕਤ ਕਰਨ ਦਾ ਮਸਲਾ ਹੋਵੇ, ਔਰ ਜਾਂ ਨਸ਼ਿਆਂ ਦਾ ਮਸਲਾ ਹੋਵੇ, ਜਾਂ ਔਰ ਹੋਰ ਬਰਗਾੜੀ ਕਾਂਡ ਵਰਗੇ ਜਿਹੜੇ ਬੁਨਿਆਦੀ ਮੁੱਦੇ ਨੇ ਪੰਜਾਬ ਦੇ, ਉਹਨਾਂ ਦੇ ਉੱਤੋਂ ਕੰਨੀ ਖਸਕਾਉਂਦੇ ਨਜ਼ਰ ਆਏ ਨੇ ਚੰਨੀ ਸਾਹਿਬ। ਔਰ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਬਾਰ-ਬਾਰ ਟਵੀਟਾਂ ਦੇ ਰਾਹੀਂ ਜਾਂ ਆਪਣੀਆਂ ਹੋਰ ਮੁਲਾਕਾਤਾਂ ਦੇ ਰਾਹੀਂ, ਇੰਟਰਵਿਊਜ਼ ਦੇ ਰਾਹੀਂ ਉਹ ਲਗਾਤਾਰ ਇਹੀ ਕੋਸ਼ਿਸ਼ ਕਰਦੇ ਨੇ ਕਿ ਚੰਨੀ ਸਾਹਿਬ ਤੁਸੀਂ ਆਪਣੀ ਨੀਂਦ ਤੋਂ ਜਾਗੋ ਔਰ ਜਿਹੜੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ, ਸਰਕਾਰ ਨੇ ਵਾਅਦੇ ਕੀਤੇ ਸੀ ਕਿ ਸਰਕਾਰ ਬਣਨ ਤੇ ਅਸੀਂ ਇਹ ਕੰਮ ਕਰਾਂਗੇ, ਉਹ ਤੁਸੀਂ ਕੰਮ ਜ਼ਰੂਰ ਕਰੋ। ਸੋ ਉਮੀਦ ਅੱਜ ਇਹੀ ਕੀਤੀ ਜਾਣੀ ਬਣਦੀ ਹੈ ਕਿ ਅੱਜ ਸ਼ਾਮ ਨੂੰ 3 ਵਜੇ ਤੋਂ ਬਾਅਦ ਇਹ ਜਿਹੜੀ STF ਦੀ ਰਿਪੋਰਟ ਹੈ ਇਹ ਜਨਤਕ ਕੀਤੀ ਜਾਏਗੀ ਔਰ ਇਹਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ ਔਰ ਇਹਦੇ ਵਿੱਚ ਜਿਹੜੇ ਵੱਡੇ ਮਗਰਮੱਛਾਂ ਦੇ ਨਾਮ ਆਉਣੇ ਨੇ ਉਹ ਜਨਤਕ ਹੋਣਗੇ। ਸੋ ਸੰਭਾਵਨਾਵਾਂ ਤਾਂ ਲੱਗ ਰਹੀਆਂ ਨੇ, ਪਰ ਜਿਵੇਂ ਆਪਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਆ ਰਹੇ ਹਾਂ ਔਰ ਅੱਜ ਇਹ ਜੇਕਰ ਸਰਕਾਰ ਦੀ ਨੀਤ ਔਰ ਨੀਤੀ ਸਾਫ਼ ਹੈ ਤਾਂ ਇਹ ਹੋ ਜਾਏਗਾ। ਜੇਕਰ ਕਿਤੇ ਨਾ ਕਿਤੇ ਕੋਈ ਸਮੱਸਿਆ ਹੈ ਤਾਂ ਜ਼ਰੂਰ ਇਹ ਠੰਡੇ ਬਸਤੇ ਦੇ ਵਿੱਚ ਪਾ ਦਿੱਤੀ ਜਾਏਗੀ। ਦੁਬਾਰਾ ਫੇਰ ਸੁਖਵਿੰਦਰ ਜੀ। ਡਾਕਟਰ ਸਾਹਿਬ, ਇਸ ਸੰਬੰਧ ਦੇ ਵਿੱਚ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ, ਇਸ ਵਿਸ਼ੇ ਦੇ ਉੱਪਰ ਦੁਬਾਰਾ ਗੱਲਬਾਤ ਕਰਦੇ ਹਾਂ, ਪਰ ਇੱਕ ਅਹਿਮ ਖਬਰ ਹੈ, ਇੱਕ ਅਹਿਮ ਖਬਰ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤਰੀਕੇ ਦੇ ਨਾਲ ਅੱਜ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਅੱਜ ਪੰਜਾਬ ਦੇ ਵਿਧਾਇਕ ਅਤੇ ਕੈਬਨਿਟ ਜਿਹੜੀ ਹੈ ਪੂਰੀ ਪੰਜਾਬ ਸਰਕਾਰ ਨਤਮਸਤਕ ਹੋਣ ਦੇ ਲਈ ਕਰਤਾਰਪੁਰ ਸਾਹਿਬ ਜਾ ਰਹੀ ਹੈ, ਤਾਂ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਨਾਲ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ। ਕਿਵੇਂ ਦੇਖਦੇ ਹੋ, ਕਿੰਨਾ ਕੁ ਵੱਡਾ ਝਟਕਾ ਨਵਜੋਤ ਸਿੰਘ ਸਿੱਧੂ ਦੇ ਲਈ? ਕੀ ਇਹਦੇ ਵਿੱਚ ਸਾਜ਼ਿਸ਼ ਹੋ ਸਕਦੀ ਹੈ? ਕਿਉਂਕਿ ਜਦੋਂ ਪਹਿਲਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਤਾਂ ਉਦੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਜਾਣ ਦੀ ਇਜਾਜ਼ਤ ਬੜੇ ਔਖੇ ਢੰਗ ਦੇ ਨਾਲ ਦਿੱਤੀ ਗਈ ਸੀ। ਇਸ ਵਾਰ ਫਿਰ ਸਾਰੀ ਕੈਬਨਿਟ, ਸਾਰੇ ਵਿਧਾਇਕ ਜਾ ਰਹੇ ਨੇ, ਪਰ ਨਵਜੋਤ ਸਿੰਘ ਸਿੱਧੂ ਨੂੰ ਇਕੱਲਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੀ ਬਿਲਕੁਲ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਦਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜਦੋਂ ਪਿਛਲੇ ਵਾਰੀ ਇਹ ਲਾਂਘਾ ਖੁੱਲਿਆ ਸੀਗਾ ਤਾਂ ਉਹਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਕਿਹਦਾ ਵੱਡਾ ਰੋਲ ਸੀਗਾ। ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ, ਕੇਂਦਰ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ, ਉਸ ਵੇਲੇ ਦੀ ਅਕਾਲੀ ਦਲ ਬੀਜੇਪੀ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ, ਪਰ ਉਹਨਾਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਸੀ ਆ ਰਿਹਾ। ਪਰ ਜਦੋਂ ਨਵਜੋਤ ਸਿੰਘ ਸਿੱਧੂ ਨੇ ਕੋਸ਼ਿਸ਼ ਕੀਤੀ, ਖਾਸ ਤੌਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਦੇ ਨਾਲ ਮਿਲ ਕੇ, ਕਿਉਂਕਿ ਉਹ ਇਕੱਠੇ ਖੇਡੇ ਹੋਏ ਨੇ ਔਰ ਬੜੇ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਉਹਨਾਂ ਦੀ ਚੰਗੀ ਸਾਂਝ ਰਹੀ ਹੈ ਔਰ ਦੋਸਤੀ ਰਹੀ ਹੈ, ਔਰ ਉਸ ਦੋਸਤੀ ਕਰਕੇ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ ਇਹ ਖੁੱਲਿਆ ਸੀਗਾ ਔਰ ਇਹਦੇ ਕਰਕੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੱਦ ਸੀਗਾ ਉਹ ਪੂਰੇ ਹਿੰਦੁਸਤਾਨ ਦੇ ਵਿੱਚ, ਪੰਜਾਬੀਆਂ ਦੇ ਵਿੱਚ ਔਰ ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਬੜਾ ਵੱਡਾ ਹੋਇਆ ਸੀਗਾ। ਔਰ ਉਹਨਾਂ ਨੇ ਉੱਥੇ ਜਾ ਕੇ, ਪਾਕਿਸਤਾਨ ਜਾ ਕੇ ਸਪੀਚ ਵੀ ਦਿੱਤੀ ਸੀਗੀ ਔਰ ਉਹ ਸਪੀਚ ਬਹੁਤ ਪੂਰੇ ਸੰਸਾਰ ਦੇ ਲੋਕਾਂ ਨੇ
ਉਹਦੇ ਉੱਤੇ ਜਿਹੜਾ ਹੈ ਸੀਗਾ ਸਪੀਚ ਦੇ ਉੱਤੇ ਵਾਹ ਕੀਤੀ ਸੀਗੀ, ਔਰ ਇਸ ਸਪੀਚ ਨੂੰ ਲੋਕਾਂ ਨੇ ਇੱਕ ਯਾਦਗਾਰ ਸਪੀਚ ਕਿਹਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਉਸ ਸਾਰੀ ਚੀਜ਼ ਨੂੰ ਕਦੇ ਵੀ, ਚਾਹੇ ਪੰਜਾਬ ਸਰਕਾਰ ਹੋਵੇ, ਚਾਹੇ ਵੱਖ-ਵੱਖ ਪਾਰਟੀਆਂ ਹੋਣ, ਚਾਹੇ ਅਕਾਲੀ ਦਲ ਹੋਵੇ, ਬੀਜੇਪੀ ਸਰਕਾਰ ਹੋਵੇ, ਔਰ ਚਾਹੇ ਹੋਰ ਪਾਰਟੀਆਂ ਹੋਣ, ਕਦੇ ਵੀ ਉਹ ਇਹ ਨਹੀਂ ਚਾਹਣਗੀਆਂ ਕਿ ਇਹ ਸਾਰਾ ਸ਼੍ਰੇ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਮਿਲੇ। ਸੋ ਇਹਦਾ ਨਤੀਜਾ ਕੀ ਨਿਕਲ ਰਿਹਾ? ਪਹਿਲਾਂ ਵੀ ਉਹਨਾਂ ਨੇ ਇਹੀ ਕੋਸ਼ਿਸ਼ ਕੀਤੀ ਕਿ ਇਹਦਾ ਸ਼੍ਰੇ ਜਿਹੜਾ ਹੈਗਾ ਕਿਤੇ ਨਵਜੋਤ ਸਿੰਘ ਸਿੱਧੂ ਨਾ ਲੈ ਜਾਣ। ਉਸ ਵੇਲੇ ਵੀ ਕੈਪਟਨ ਸਾਹਿਬ ਨੇ ਇਹੀ ਕਿਹਾ ਸੀਗਾ। ਇਹੀ ਕਾਰਨ ਹੋ ਸਕਦਾ ਕਿਉਂਕਿ ਇਸ ਵਾਰ ਵੀ ਡਾਕਟਰ ਸਾਹਿਬ ਇਹੀ ਕਾਰਨ ਹੋ ਸਕਦਾ ਕਿਉਂਕਿ ਲਗਾਤਾਰ ਸਾਰੇ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਜਾਂ ਵਿਧਾਇਕ ਉਹਨਾਂ ਨੂੰ ਕਹਿੰਦੇ ਦੇ ਦਿੱਤੀ ਇਜਾਜ਼ਤ, ਪਰ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਦਿੱਤੀ ਗਈ। ਇਸ ਵਾਰ ਵੀ ਇਹੀ ਕਾਰਨ ਹੋ ਸਕਦਾ ਕਿ ਕਿਤੇ ਇਸ ਵਾਰ ਵੀ ਕ੍ਰੈਡਿਟ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਨਾ ਚਲੇ ਜਾਵੇ। ਜਿਸ ਤਰੀਕੇ ਦੇ ਨਾਲ ਕਹਿੰਦੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਅੱਜ ਪੂਰਨ ਤਰੀਕੇ ਦੇ ਨਾਲ ਸਾਰੀਆਂ ਤਿਆਰੀਆਂ ਕਰੀਆਂ ਬੈਠੇ ਸੀਗੇ। ਕਹਿੰਦੇ 11 ਵਜੇ ਉਹਨਾਂ ਨੇ ਉੱਥੇ ਪਹੁੰਚਣਾ ਸੀ, 11 ਵਜੇ ਉਹਨਾਂ ਨੇ ਜਾਣਾ ਸੀ ਮੱਥਾ ਟੇਕਣ ਦੇ ਲਈ, ਪਰ ਇਜਾਜ਼ਤ ਨਹੀਂ ਮਿਲੀ। ਬੜਾ ਦੁੱਖ ਲੱਗਦਾ ਫਿਰ ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਸਿਰਫ ਗੁਰੂ ਘਰ ਦੇ ਨਾਮ ਦੇ ਉੱਪਰ ਵੀ ਕ੍ਰੈਡਿਟ ਲੈਣ ਦੀ ਵਾਰ ਜਿਹੜੀ ਚੱਲ ਰਹੀ ਹੈ। ਇੱਕ ਬੰਦੇ ਨੂੰ ਜੇ ਤੁਸੀਂ ਗੁਰੂ ਘਰ ਨਤਮਸਤਕ ਹੋਣ ਤੋਂ ਰੋਕ ਰਹੇ ਹੋ ਤਾਂ ਫਿਰ ਕੀ ਫਾਇਦਾ ਲਾਂਘਾ ਖੋਲ ਕੇ ਇੰਨੀਆਂ ਸੰਗਤਾਂ ਦਰਸ਼ਨ ਕਰਾਉਣ ਦਾ? ਇੱਕ ਬੰਦੇ ਨੂੰ ਤੁਸੀਂ ਧੱਕੇ ਨਾਲ ਰੋਕ ਰਹੇ ਹੋ। ਬਿਲਕੁਲ ਇਹੀ ਕਾਰਨ ਹੈ ਕਿ ਹਰ ਚੀਜ਼ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਸੋ ਇਸ ਤੋਂ ਗੁਰੂ ਸਾਹਿਬ ਨੂੰ ਵੀ ਲਾਂਭੇ ਨਹੀਂ ਕੀਤਾ ਜਾ ਰਿਹਾ। ਗੁਰੂ ਸਾਹਿਬ ਦਾ ਵੀ ਸਿਆਸੀਕਰਨ ਹੋ ਰਿਹਾ ਹੈ ਔਰ ਲਾਂਘਾ ਖੁਲਵਾਉਣ ਦਾ ਵੀ ਸਿਆਸੀਕਰਨ ਹੋ ਰਿਹਾ ਹੈ। ਔਰ ਜਿਸ ਤਰ੍ਹਾਂ ਬੀਜੇਪੀ ਵਾਲਿਆਂ ਨੇ ਪੰਜਾਬ ਦੇ ਵਿੱਚ ਲੱਡੂ ਵੰਡੇ, ਉੱਥੋਂ ਇਹੀ ਲੱਗਦਾ ਹੈ ਕਿ ਬੀਜੇਪੀ ਇੱਕ ਪਾਸੇ ਕਿਸਾਨਾਂ ਦੇ 3 ਕਾਲੇ ਕਾਨੂੰਨ ਜਿਹੜੇ ਨੇ ਉਹ ਲਾਗੂ ਕਰਨਾ ਚਾਹੁੰਦੀ ਹੈ, ਔਰ ਦੂਜੇ ਪਾਸੇ ਇਸ ਤਰ੍ਹਾਂ ਦੇ ਮਤਲਬ ਸ਼ੋਸ਼ੇਬਾਜ਼ੀ ਦੇ ਵਿੱਚ ਉਹਨਾਂ ਨੇ ਜਿਸ ਕਿਸਮ ਦੇ ਨਾਲ ਲੱਡੂ ਵੰਡੇ ਨੇ, ਉੱਥੋਂ ਹੀ ਲੱਗਦਾ ਹੈ ਕਿ ਜਿਹੜਾ ਹੈਗਾ ਗੁਰੂ ਸਾਹਿਬ ਦਾ ਵੀ ਔਰ ਗੁਰੂ ਸਾਹਿਬ ਦੇ ਲਾਂਘੇ ਦਾ ਵੀ ਜਿਹੜਾ ਹੈਗਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਸੋ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਇਹ ਗੱਲ ਕਹਿੰਦੇ ਰਹੇ ਨੇ ਕਿ ਇਹਦੇ ਵਿੱਚ ਮੈਨੂੰ ਕੋਈ ਕ੍ਰੈਡਿਟ ਦੇਣ ਦੀ ਤੁਸੀਂ ਕੋਸ਼ਿਸ਼ ਨਾ ਕਰਿਓ, ਇਹ ਤਾਂ ਗੁਰੂ ਸਾਹਿਬ ਨੇ ਆਪ ਕਰਵਾਇਆ ਹੈ। ਸੋ ਕਦੇ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਸਾਰਾ ਕੁਝ ਮੇਰੇ ਕਰਕੇ ਹੋਇਆ ਹੈ। ਉਹਨਾਂ ਨੇ ਹਮੇਸ਼ਾ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਨੂੰ ਸ਼ਰੇ ਦਿੱਤਾ ਹੈ, ਉਹਨਾਂ ਦਾ ਹੀ ਧੰਨਵਾਦ ਉਹਨਾਂ ਨੇ ਕੀਤਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕੇਂਦਰ ਦੀ ਮੋਦੀ ਸਰਕਾਰ ਹੋਵੇ, ਉਹਨਾਂ ਨੂੰ ਹਮੇਸ਼ਾ ਹੀ ਡਰ ਲੱਗਿਆ ਰਹਿੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਤੇ ਇਹਦਾ ਵੱਡਾ ਕ੍ਰੈਡਿਟ ਲੈ ਕੇ ਵੱਡੇ ਕੱਦ ਦੇ ਨੇਤਾ ਨਾ ਬਣ ਜਾਣ। ਸੋ ਉਹਨਾਂ ਨੂੰ ਉਸ ਕੱਦ ਨੂੰ ਨੀਵਾਂ ਕਰਨ ਦੇ ਲਈ ਇਹ ਹੋਛੀਆਂ ਜਿਹੜੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਔਰ ਜਿਵੇਂ ਤੁਸੀਂ ਦੱਸਿਆ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਹਰ ਡਾਕੂਮੈਂਟ ਪੂਰਾ ਸੀਗਾ, ਕੱਲੀ ਚੀਜ਼ ਉਹਨਾਂ ਨੇ ਕਿਹਾ ਕਿ ਮੇਰੀ ਪੂਰੀ ਸੀਗੀ, ਕੋਈ ਵੀ ਉਹਦੇ ਵਿੱਚ ਘਾਟ ਨਜ਼ਰ ਨਹੀਂ ਸੀ ਆ ਰਹੀ, ਪਰ ਇਹਦੇ ਬਾਵਜੂਦ ਉਹਨਾਂ ਨੂੰ ਇਹ ਜਿਹੜਾ ਹੈਗਾ ਉੱਥੋਂ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਮੈਨੂੰ ਲੱਗਦਾ ਹੈ ਕਿ ਮਾੜੀ ਗੱਲ ਹੈ, ਕਿਉਂਕਿ ਜਿਹੜਾ ਧੁਰਾ ਹੈ ਇਹ ਸਾਰੇ ਸਭ ਕਾਸੇ ਦਾ ਜਿਹਦੇ ਕਰਕੇ ਸਾਰੀ ਸ਼ੁਰੂਆਤ ਹੋਈ ਹੈ, ਉਸ ਬੰਦੇ ਨੂੰ ਤੁਸੀਂ ਇਸ ਕਰਕੇ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਕਿਤੇ ਕ੍ਰੈਡਿਟ ਨਾ ਲੈ ਜਾਏ। ਸੋ ਇਹ ਮੈਨੂੰ ਲੱਗਦਾ ਹੈ ਕਿ ਹੋਛੀ ਪੋਲਿਟਿਕਸ ਹੈ। ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਸੀਗਾ। ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਉਹਨਾਂ ਨੇ ਤਾਂ ਕਦੇ ਵੀ ਇਦਾਂ ਦਾ ਵਿਤਕਰਾ ਨਹੀਂ ਸੀ ਕੀਤਾ, ਔਰ ਸਾਰੇ ਆਪਾਂ ਨੂੰ ਵੀ ਪਤਾ ਹੈ ਕਿ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦਾ ਦਰਜਾ ਦਿੱਤਾ ਸੀਗਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ, ਚਾਹੇ ਉਹ ਬੀਜੇਪੀ ਦੀਆਂ ਸਰਕਾਰਾਂ ਹੋਣ, ਚਾਹੇ ਸੈਂਟਰ ਦੀਆਂ, ਚਾਹੇ ਸਟੇਟਾਂ ਦੀਆਂ ਸਰਕਾਰਾਂ, ਇਦਾਂ ਦੀ ਮਤਲਬ ਜਿਹੜੀ ਰਾਜਨੀਤੀ ਹੈ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਸੁਖਵਿੰਦਰ ਜੀ, ਤਾਂ ਦੁਬਾਰਾ ਤੋਂ ਮੈਂ ਡਾਕਟਰ ਸਾਹਿਬ ਥੋੜਾ ਜਿਹਾ ਉਸ ਵਿਸ਼ੇ ਵਾਲੇ ਪਾਸੇ ਜਾਊਂਗਾ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਮੈਂ ਫਿਰ ਉਹੀ ਗੱਲ ਕਰਨ ਜਾ ਰਿਹਾ ਕਿ ਜੇਕਰ ਰਿਪੋਰਟ ਖੁੱਲਦੀ ਹੈ ਤੇ ਜੇਕਰ ਰਿਪੋਰਟ ਨਹੀਂ ਖੁੱਲਦੀ ਤਾਂ ਫਿਰ ਕੀ ਸਮੀਕਰਨ ਅੱਜ ਦੇ ਰਹਿਣ ਵਾਲੇ ਆ, ਕਿਵੇਂ ਦੇਖਦੇ? ਕਿਉਂਕਿ ਜੇ ਨਹੀਂ ਰਿਪੋਰਟ ਖੁੱਲਦੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਕੱਲ ਸਾਫ਼ ਤੌਰ ਤੇ ਕਹਿ ਚੁੱਕਿਆ ਕਿ ਸਾਡੇ ਕੋਲ ਸਾਰੇ ਅਧਿਕਾਰ ਹੈਗੇ ਆ ਰਿਪੋਰਟ ਜਨਤਕ ਕਰਨ ਦੇ ਵੀ, ਰਿਪੋਰਟ ਦੀ ਜਿਹੜੀ ਆਧਾਰ ਦੇ ਉੱਪਰ ਕਾਰਵਾਈ ਕਰਨ ਦੇ ਵੀ। ਤਾਂ ਫਿਰ ਕੋਰਟ ਦੇ ਵਿੱਚ ਰਿਪੋਰਟ ਖੁੱਲਣ ਦਾ ਇੰਤਜ਼ਾਰ ਕਿਉਂ? ਤੇ ਜੇ ਰਿਪੋਰਟ ਕੋਰਟ ਦੇ ਵਿੱਚ ਖੁੱਲ ਜਾਂਦੀ ਹੈ ਤਾਂ ਫਿਰ ਕਾਰਵਾਈ ਕਰਨੀ ਵੀ ਲਾਜ਼ਮੀ ਹੋਊਗੀ। ਜੇਕਰ ਚੰਨੀ ਸਰਕਾਰ ਨਹੀਂ ਕਰੂਗੀ ਤਾਂ ਫਿਰ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਪ੍ਰੈਸ਼ਰ ਬੜੇ ਵੱਡੇ ਪੱਧਰ ਤੇ ਬਣਾ ਸਕਦੇ। ਦੇਖੋ, ਪ੍ਰੈਸ਼ਰ ਇਸ ਵੇਲੇ ਚੰਨੀ ਸਰਕਾਰ ਤੇ ਹੈ, ਪਰ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਚੰਨੀ ਸਾਹਿਬ ਦੀ ਨੀਤ ਔਰ ਨੀਤੀ ਦੇ ਉੱਤੇ ਗੱਲ ਆ ਕੇ ਮੁੱਕਣੀ ਹੈ। ਰੰਧਾਵਾ ਸਾਹਿਬ ਦੀ ਨੀਤ ਔਰ ਨੀਤੀ ਕੀ ਹੈ ਉਸ ਤੇ ਗੱਲ ਆ ਕੇ ਮੁੱਕਣੀ ਹੈ। ਔਰ ਇਹੀ ਗੱਲ ਜਿਹੜੀ ਹੈਗੀ ਆ, ਆਪਾਂ ਕਹਿ ਸਕਦੇ ਹਾਂ ਕਿ ਇਹਦਾ ਸ਼ਰੇ ਕਿਹਨੂੰ ਜਾਏਗਾ, ਇਹਦਾ ਕ੍ਰੈਡਿਟ ਕਿਹਨੂੰ ਜਾਏਗਾ, ਉਹਦੇ ਉੱਤੇ ਗੱਲ ਆ ਕੇ ਮੁੱਕਣੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਹਰ ਚੀਜ਼ ਦੇ ਉੱਤੇ ਸਿਆਸਤ ਹੋ ਰਹੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਵੀ ਹੋਏਗੀ। ਸੋ ਸੰਭਾਵਨਾਵਾਂ ਇਹੀ ਨੇ
ਕਿ ਜੇਕਰ ਚੰਨੀ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਜਿਹੜੇ ਸਾਰੇ ਰੁਕੇ ਹੋਏ ਵਾਅਦੇ ਨੇ ਉਹ ਪੂਰੇ ਕਰਾਂਗਾ, ਜੋ ਕੈਪਟਨ ਸਾਹਿਬ ਨੇ ਵਾਅਦੇ ਪੂਰੇ ਨਹੀਂ ਸੀ ਕੀਤੇ ਉਹ ਅਸੀਂ ਪੂਰੇ ਕਰਾਂਗੇ, ਇਹੀ ਗੱਲ ਰੰਧਾਵਾ ਸਾਹਿਬ ਕਹਿੰਦੇ ਨਜ਼ਰ ਆਏ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਉਹ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਨੇ, ਪੰਜਾਬ ਦਾ ਭਲਾ ਚਾਹੁੰਦੇ ਨੇ, ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਉਹਨਾਂ ਤੋਂ ਵਰਜਣਾ ਚਾਹੁੰਦੇ ਨੇ ਔਰ ਪੰਜਾਬ ਦੇ ਵਿੱਚ ਨਸ਼ੇ ਘੱਟ ਕਰਨਾ ਚਾਹੁੰਦੇ ਨੇ, ਖਤਮ ਕਰਨਾ ਚਾਹੁੰਦੇ ਨੇ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਇਸ ਰਿਪੋਰਟ ਦੇ ਉੱਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਔਰ ਜੇਕਰ ਉਹ ਗੰਭੀਰਤਾ ਨਹੀਂ ਦਿਖਾਉਣਗੇ, ਜਿਵੇਂ ਪਹਿਲਾਂ ਵਾਂਗ ਹੀ ਜਿਹੜਾ ਹੈਗਾ ਇਹਦੇ ਨਾਲ ਕੰਮ ਸਾਰਿਆ ਜਾਏਗਾ, ਅਗਲੀ ਤੋਂ ਅਗਲੀ ਪੇਸ਼ੀ ਜਿਹੜੀ ਹੈਗੀ ਪਾਈ ਜਾਏਗੀ, ਅਗਲੀ ਤੋਂ ਅਗਲੀ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਅਗਲੀ ਡੇਟ ਪੈ ਜਾਂਦੀ ਹੈ, ਫਿਰ ਅਗਲੀ ਡੇਟ ਪੈ ਜਾਂਦੀ ਹੈ। ਸੋ ਜੇਕਰ ਇਹ ਸਾਰੀ ਚੀਜ਼ਾਂ ਚੱਲਦੀਆਂ ਨੇ, ਢਿੱਲਮ ਢਿੱਲੀ ਕਾਰਵਾਈ ਚੱਲਦੀ ਹੈ, ਤਾਂ ਲਾਜ਼ਮੀ ਤੌਰ ਤੇ ਇਹਦਾ ਖਮਿਆਜਾ 22 ਦੇ ਵਿੱਚ ਹੋ ਸਕਦਾ ਹੈ ਕਿ ਲੋਕ ਆਪਣੀਆਂ ਜਦੋਂ ਵੋਟਾਂ ਪਾਉਣਗੇ ਤਾਂ ਇਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਹੋਣਗੀਆਂ। ਸੋ ਇਸ ਕਰਕੇ ਜੇਕਰ ਚੰਨੀ ਸਰਕਾਰ ਦੁਬਾਰਾ ਸੱਤਾ ਵਿੱਚ ਆਉਣਾ ਚਾਹੁੰਦੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਦੁਬਾਰਾ ਅਸੀਂ ਆਈਏ, ਤਾਂ ਇਦਾਂ ਦੇ ਜਿਹੜੇ ਬੁਨਿਆਦੀ ਮੁੱਦੇ ਨੇ, ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਬਰਗਾੜੀ ਕਾਂਡ ਦਾ ਮੁੱਦਾ ਹੋਵੇ, ਚਾਹੇ ਕਿਸਾਨੀ ਕਰਜ਼ੇ ਦਾ ਮੁੱਦਾ ਹੋਵੇ, ਚਾਹੇ ਘਰ ਘਰ ਨੌਕਰੀ ਦਾ ਮੁੱਦਾ ਹੋਵੇ, ਤਾਂ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਪਏਗੀ। ਔਰ ਜੇਕਰ ਅੱਜ ਉਹ ਗੰਭੀਰਤਾ ਨਹੀਂ ਦਿਖਾਉਂਦੇ ਤਾਂ ਲਾਜ਼ਮੀ ਤੌਰ ਤੇ ਫਿਰ ਬਿਲਕੁਲ ਨਵਜੋਤ ਸਿੰਘ ਸਿੱਧੂ ਕੋਈ ਮੈਨੂੰ ਲੱਗਦਾ ਕਿ ਹੋਰ ਵੱਡਾ ਸਟੈਪ ਲੈ ਸਕਦੇ ਨੇ, ਹੋਰ ਵੱਡਾ ਪ੍ਰੈਸ਼ਰ ਕਾਂਗਰਸ ਦੇ ਉੱਤੇ ਪਾ ਸਕਦੇ ਨੇ। ਸੋ ਇਹ ਤਾਂ ਹੁਣ ਸਮਾਂ ਦੱਸੇਗਾ, ਪਰ ਫਿਲਹਾਲ ਬਹੁਤ ਵੱਡਾ ਪ੍ਰੈਸ਼ਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ 5 ਟਵੀਟ ਲਗਾਤਾਰ ਉਹਨਾਂ ਨੇ ਕੀਤੇ ਨੇ ਰਾਤ ਤੋਂ, ਉੱਥੇ ਹੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਸ਼ੱਕ ਹੈ ਕਿ ਸ਼ਾਇਦ ਚੰਨੀ ਸਾਹਿਬ ਇਹ ਗੱਲਾਂ ਨਾ ਕਰਨ, ਅਗਲੀ ਗੱਲ ਜਿਹੜੀ ਹੈ ਅਗਲੀ ਡੇਟ ਜਿਹੜੀ ਹੈਗੀ ਆ ਉਹਦੇ ਉੱਤੇ ਗੱਲ ਸਿੱਟ ਦਿੱਤੀ ਜਾਵੇ। ਸੋ ਉਸ ਤੋਂ ਬਚਣਾ ਚਾਹੀਦਾ ਹੈ। ਸੋ ਪੰਜਾਬ ਦੇ ਲੋਕਾਂ ਨੂੰ ਨਿਆਂ ਦੇਣਾ ਚਾਹੀਦਾ, ਨੌਜਵਾਨਾਂ ਨੂੰ ਨਿਆਂ ਦੇਣਾ ਚਾਹੀਦਾ ਹੈ, ਇਹੀ ਚੰਨੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਉਮੀਦ ਕਰਦੇ ਹਾਂ ਕਿ ਅੱਜ ਜ਼ਰੂਰ ਇਹ ਜਿਹੜਾ ਹੈਗਾ ਇਸ ਰਿਪੋਰਟ ਦੇ ਉੱਤੇ ਜ਼ਰੂਰ ਕਾਰਵਾਈ ਹੋਏਗੀ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਔਰ ਵੱਡੇ ਮਗਰਮੱਛਾਂ ਦੇ ਨਾਂ ਜਿਹੜੇ ਨੇ ਅੱਜ ਸਾਹਮਣੇ ਆ ਸਕਦੇ ਨੇ। ਸੁਖਵਿੰਦਰ ਜੀ ਬਿਲਕੁਲ, ਤਾਂ ਉੱਥੇ ਹੀ ਜੇਕਰ ਆਪਾਂ ਗੱਲਬਾਤ ਕਰੀਏ ਕਿ ਓਪੀ ਸੋਨੀ ਜਿਹੜੇ ਉਪ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਦੇ ਵੱਲੋਂ ਸੋਨੀਆ ਗਾਂਧੀ ਦੇ ਨਾਲ ਲੰਬੀ ਮੁਲਾਕਾਤ ਕੀਤੀ ਗਈ ਹੈ, ਕਹਿੰਦੇ ਉੱਥੇ ਬੁਲਾਇਆ ਗਿਆ ਸੀਗਾ ਓਪੀ ਸੋਨੀ ਨੂੰ। ਕੀ ਦੇਖਦੇ ਹੋ, ਕਿਵੇਂ ਮੁਲਾਕਾਤ ਜਿਹੜੀ ਇਹ ਰਹੀ ਹੋਊਗੀ, ਕੀ ਇਸ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਹੋਊਗੀ, ਇਹ ਪੂਰੀ ਜਾਣਕਾਰੀ ਜਿਹੜੀ ਆਪਣੇ ਦਰਸ਼ਕਾਂ ਨੂੰ ਆਪਾਂ ਦੇਣੀ ਚਾਹੀਏ। ਜੀ ਬਿਲਕੁਲ, ਦੇਖੋ ਸੋਨੀ ਜੀ ਨੇ ਕੱਲ ਦਿੱਲੀ ਦੇ ਵਿੱਚ ਜਾ ਕੇ ਸੋਨੀਆ ਜੀ ਨਾਲ ਮੁਲਾਕਾਤ ਕੀਤੀ ਹੈ, ਬਹੁਤ ਇੰਪੋਰਟੈਂਟ ਮੁਲਾਕਾਤ ਸੀਗੀ। ਔਰ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਸੋਨੀ ਜੀ ਨੂੰ ਇਸ ਲਈ ਮੁੱਖ ਮੰਤਰੀ ਦਾ ਉਪ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਸੀਗਾ ਤਾਂ ਕਿ ਜਿਹੜੀ ਹਿੰਦੂ ਵੋਟ ਹੈ ਉਹਨੂੰ ਕੈਪਚਰ ਕੀਤਾ ਜਾਵੇ, ਉਹਨਾਂ ਨੂੰ ਨਾਲ ਰੱਖਿਆ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਆਪਾਂ ਕਹਿ ਸਕਦੇ ਹਾਂ ਕਿ ਹਿੰਦੂ ਵੋਟ ਹੈ ਔਰ ਲਗਭਗ 35 ਤੋਂ 40% ਲੋਕ ਮੰਨਦੇ ਆ ਕਿ ਹਿੰਦੂ ਵੋਟ ਜਿਹੜੀ ਹੈਗੀ ਆ ਪ੍ਰਭਾਵ ਪਾਉਂਦੀ ਹੈ। ਸੋ ਇਸ ਕਰਕੇ ਉਸ ਵੋਟ ਨੂੰ ਲੁਭਾਉਣ ਦੇ ਲਈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦੇ ਲਈ ਕਿੱਦਾਂ ਦੇ ਪ੍ਰੋਗਰਾਮ ਲਿਆਂਦੇ ਜਾਣ। ਖਾਸ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਜਿਹੜਾ ਪੰਜਾਬ ਦਾ ਵਪਾਰੀ ਵਰਗ ਹੈ, ਜਿਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹ ਕੇਜਰੀਵਾਲ ਜੀ ਹੋਣ, ਚਾਹੇ ਉਹ ਚੰਨੀ ਸਾਹਿਬ ਹੋਣ, ਚਾਹੇ ਉਹ ਸੁਖਬੀਰ ਬਾਦਲ ਜੀ ਹੋਣ, ਲਗਾਤਾਰ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਸੀਗੇ, ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਹੋਵੇ, ਚਾਹੇ ਬਠਿੰਡੇ ਦੇ ਵਿੱਚ ਹੋਵੇ, ਚਾਹੇ ਲੁਧਿਆਣਾ ਦੇ ਵਿੱਚ ਹੋਵੇ। ਸੋ ਇਦਾਂ ਦੀਆਂ ਮੁਲਾਕਾਤਾਂ ਸਾਹਮਣੇ ਆਈਆਂ ਸੀਗੀਆਂ, ਪਰ ਉਹਦੇ ਵਿੱਚ ਕਾਂਗਰਸ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਸ਼ਾਇਦ ਜਿਹੜਾ ਹਿੰਦੂ ਵਰਗ ਹੈ ਉਹ ਸਾਡੇ ਨਾਲ ਨਹੀਂ ਜਾ ਰਿਹਾ, ਸਾਨੂੰ ਸਿੱਧੇ ਤੌਰ ਤੇ ਰਿਸਪਾਂਸ ਨਹੀਂ ਦੇ ਰਿਹਾ। ਸੋ ਇਸ ਕਰਕੇ ਉਸ ਚੀਜ਼ ਨੂੰ ਉਹਨਾਂ ਦੇ ਲਈ ਕੋਈ ਨਵਾਂ ਪ੍ਰੋਗਰਾਮ ਲੈ ਕੇ ਆਉਣ ਨੂੰ ਜਾਂ ਉਹਨਾਂ ਨੂੰ ਕੋਈ ਰਾਹਤ ਦੇਣ ਨੂੰ ਜਾਂ ਉਹਨਾਂ ਦੇ ਲਈ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਆਈ ਸੀਗੀ ਕਿ ਉਹਨਾਂ ਦੇ ਉੱਤੇ ਬੜਾ ਖਾਸ ਤੌਰ ਤੇ ਬਿਜਲੀ ਨੂੰ ਲੈ ਕੇ, ਸਸਤੀ ਬਿਜਲੀ ਨੂੰ ਲੈ ਕੇ, ਜਾਂ ਉਹਨਾਂ ਦੇ ਉੱਤੇ ਜਿਹੜੇ ਟੈਕਸ ਨੇ ਜਾਂ ਖਾਸ ਤੌਰ ਤੇ ਗੁੰਡਾ ਟੈਕਸ ਵਰਗੇ ਇਦਾਂ ਦੇ ਜਿਹੜੇ ਟੈਕਸ ਲਗਾਏ ਜਾਂਦੇ ਨੇ ਉਹਨਾਂ ਤੋਂ ਕਿਵੇਂ ਛੁਟਕਾਰਾ ਮਿਲੇ। ਸੋ ਇਸ ਤਰ੍ਹਾਂ ਦੀਆਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਬਣਾਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਸੋਨੀਆ ਜੀ ਨਾਲ ਇਸ ਮੁਲਾਕਾਤ ਤੋਂ ਬਾਅਦ ਸੋਨੀ ਜੀ ਪੰਜਾਬ ਦੇ ਹਿੰਦੂਆਂ ਦੇ ਲਈ ਕੋਈ ਨਵੀਂ ਜਿਹੜੀ ਹੈਗਾ ਪ੍ਰੋਗਰਾਮ ਲੈ ਕੇ ਆਉਣਗੇ ਔਰ ਨਵੀਂ ਅਨਾਉਂਸਮੈਂਟ ਹੋਏਗੀ ਔਰ ਆਪਾਂ ਕਹਿ ਸਕਦੇ ਹਾਂ ਕੋਈ ਰਾਹਤ ਦਾ ਪ੍ਰੋਗਰਾਮ ਜਿਹੜਾ ਹੈਗਾ ਖਾਸ ਤੌਰ ਤੇ ਹਿੰਦੂ ਵਰਗ ਦੇ ਵਾਸਤੇ, ਵਪਾਰੀ ਵਰਗ ਦੇ ਵਾਸਤੇ ਆਉਣ ਦੀਆਂ ਸੰਭਾਵਨਾਵਾਂ ਅਗਲੇ ਦਿਨਾਂ ਦੇ ਵਿੱਚ ਹੋ ਸਕਦੀਆਂ ਨੇ। ਜਿਵੇਂ ਕੱਲ ਕਿਸਾਨਾਂ ਨੇ ਵੀ ਚੰਨੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਕਿਸਾਨੀ ਵਰਗ ਜਿਹੜਾ ਹੈਗਾ ਉਸ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਦਾ ਪ੍ਰੋਗਰਾਮ ਹੋ ਸਕਦਾ ਕਿ ਅਗਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਔਰ ਪੰਜਾਬ ਦੇ ਵਪਾਰੀ ਵਰਗ ਜਿਹੜਾ ਹੈਗਾ ਉਹ ਉਹਨਾਂ ਨਾਲ ਮੁਲਾਕਾਤ ਕਰੇ ਔਰ ਉਹਨਾਂ ਦੇ ਲਈ ਕੋਈ ਵੱਡੀਆਂ ਰਾਹਤਾਂ ਸਾਹਮਣੇ ਆ ਸਕਦੀਆਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ। ਪੰਜਾਬ ਮਹਿਲਾ ਕਾਂਗਰਸ ਦੇ ਨਵੇਂ ਪ੍ਰਧਾਨ ਬਣ ਗਏ ਨੇ ਬਲਵੀਰ ਸੋਢੀ ਰਾਣੀ ਜੀ। ਕਿਵੇਂ ਦੇਖਦੇ ਹੋ ਕਿ ਮਹਿਲਾ ਕਾਂਗਰਸ ਦੇ ਵਿੱਚ ਜਿਹੜੇ ਪ੍ਰਧਾਨ ਲਗਾਇਆ ਗਿਆ, ਤਾਂ ਕਿਵੇਂ ਦੇਖਦੇ ਹੋ ਕਿ 2017 ਦੇ ਵਿੱਚ ਇਹਨਾਂ ਨੇ ਜਿਹੜੀਆਂ ਟਿਕਟ ਮੰਗੀ ਸੀਗੀ ਫਗਵਾੜਾ ਤੋਂ, ਤਾਂ ਉਦੋਂ ਇਹਨਾਂ ਨੂੰ ਟਿਕਟ ਨਹੀਂ ਸੀ ਮਿਲ ਸਕੀ, ਤਾਂ ਹੁਣ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਕੀ ਇਹਦੇ ਵਿੱਚ ਕਾਰਗੁਜ਼ਾਰੀ ਰਹੂਗੀ, ਕਿਵੇਂ ਬਲ ਮਿਲੇਗਾ ਇਸ ਚੀਜ਼ ਦੇ ਨਾਲ ਕਾਂਗਰਸ? ਸੁਖਵਿੰਦਰ ਜੀ, ਜਦੋਂ ਤੋਂ ਪ੍ਰਿੰਕਾ ਗਾਂਧੀ ਜੀ ਸੈਂਟਰ ਚ ਆਏ ਨੇ ਕਾਂਗਰਸ ਦੇ ਔਰ ਲਗਾਤਾਰ ਉਹ ਯੂਪੀ ਦੇ ਵਿੱਚ ਕੰਮ ਕਰ ਰਹੇ ਨੇ ਪ੍ਰਿੰਕਾ ਜੀ, ਔਰ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ 40% ਅਸੀਂ ਮਹਿਲਾਵਾਂ ਨੂੰ ਟਿਕਟਾਂ ਦੇਵਾਂਗੇ। ਸੋ ਉੱਥੋਂ ਇੱਕ ਆਸ ਜ਼ਰੂਰ ਵੱਜਦੀ ਹੈ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਜੇਕਰ ਮਹਿਲਾ ਦੀ ਗਿਣਤੀ ਦੇਖੀ ਜਾਵੇ ਮਹਿਲਾਵਾਂ ਦੀ, ਤਾਂ ਉਹ 50% ਦੇ ਬਰਾਬਰ ਬਣਦੀ ਹੈ। ਸੋ ਇਸ ਕਰਕੇ ਇੱਕ ਬਹੁਤ ਵੱਡੀ ਜਿਹੜੀ ਹੈਗੀ ਗਿਣਤੀ ਹੈ, ਵੋਟ ਬਹੁਤ ਵੱਡਾ ਵੋਟ ਬੈਂਕ ਹੈ ਮਹਿਲਾਵਾਂ ਦਾ। ਔਰ ਜੇਕਰ ਮਹਿਲਾਵਾਂ ਨੂੰ ਅੱਗੇ ਲਿਆਂਦਾ ਜਾਂਦਾ ਹੈ ਔਰ ਯੂਪੀ ਵਾਲਾ ਤਜਰਬਾ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਅਸੀਂ ਇੱਥੇ ਵੀ 33% ਜਾਂ ਘੱਟੋ ਘੱਟ 40% ਜਿਵੇਂ ਯੂਪੀ ਦੇ ਵਿੱਚ ਕਰ ਰਹੇ ਨੇ, ਜੇਕਰ ਇਹ ਕਾਂਗਰਸ ਇੱਥੇ ਕਰਦੀ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਪੰਜਾਬ ਦੀਆਂ ਮਹਿਲਾਵਾਂ ਨੂੰ ਸਿਆਸਤ ਦੇ ਵਿੱਚ ਆਉਣ ਦਾ ਮੌਕਾ ਮਿਲੇਗਾ। ਔਰ ਇਹ ਅੱਛੀ ਗੱਲ ਹੈ ਕਿ ਵਧੀਆ ਜਿਹੜੇ ਜੇਕਰ ਚੰਗੇ ਲੋਕਾਂ ਨੂੰ ਸਿਆਸਤ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਹੈ, ਖਾਸ ਤੌਰ ਤੇ ਜਿਹੜੀਆਂ ਮਹਿਲਾਵਾਂ ਨੂੰ ਜੇਕਰ ਅਸੀਂ ਕਹਿੰਦੇ ਹਾਂ ਕਿ ਔਰ ਸਿਆਸਤ ਦੇ ਵਿੱਚ ਆਉਣ, ਔਰ ਤਾਂ ਇਹਦੇ ਨਾਲ ਕੀ ਹੋਏਗਾ ਕਿ ਲਾਜ਼ਮੀ ਤੌਰ ਤੇ ਸਿਆਸਤ ਦੇ ਵਿੱਚ ਫਰਕ ਪਏਗਾ ਔਰ ਆਉਣ ਵਾਲੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਜੇਕਰ ਕਾਂਗਰਸ ਇਹ ਕਰਦੀ ਹੈ ਤਾਂ ਅਕਾਲੀ ਦਲ ਨੂੰ ਵੀ ਕਰਨਾ ਪਏਗਾ, ਔਰ ਜੇਕਰ ਅਕਾਲੀ ਦਲ ਕਰੇਗਾ ਤਾਂ ਆਮ ਆਦਮੀ ਪਾਰਟੀ ਨੂੰ ਵੀ ਕਰਨਾ ਪਏਗਾ। ਯਾਨੀ ਕਿ ਘੱਟੋ ਘੱਟ ਆਪਾਂ ਇਹ ਨਹੀਂ ਕਹਿੰਦੇ ਕਿ 40% ਇੱਥੇ ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਜਾਣ, ਘੱਟੋ ਘੱਟ 33% ਜਿਹਦੇ ਵਿੱਚ ਸੰਵਿਧਾਨ ਵੀ ਤੁਹਾਡੀ ਹਾਮੀ ਭਰਦਾ ਹੈ, ਸੰਵਿਧਾਨਕ ਤੌਰ ਤੇ ਉਹਨਾਂ ਨੂੰ ਹੱਕ ਮਿਲਿਆ ਹੈ ਔਰਤਾਂ ਨੂੰ ਕਿ 33% ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣ ਵੱਖ-ਵੱਖ ਚੋਣਾਂ ਦੇ ਵਿੱਚ। ਤਾਂ ਜੇਕਰ 33% ਵੀ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਤਾਂ ਬਹੁਤ ਵੱਡੀ ਗਿਣਤੀ ਬਣਦੀ ਹੈ। ਸੋ ਇਸ ਕਰਕੇ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਜਿਹੜੇ ਨਵੇਂ ਪ੍ਰਧਾਨ ਲਗਾਏ ਜਾ ਰਹੇ ਨੇ, ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਾਂ, ਔਰ ਜੇਕਰ ਉਹ ਸੱਚੀ ਮੁੱਚੀ ਔਰਤਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ 33% ਦਾ ਘੱਟੋ ਘੱਟ ਉਹ ਮੰਗ ਜ਼ਰੂਰ ਕਰਨ ਕਿ ਪੰਜਾਬ ਦੇ ਵਿੱਚ 33% ਮਹਿਲਾਵਾਂ ਨੂੰ ਟਿਕਟਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ, ਖਾਸ ਤੌਰ ਤੇ ਕਾਂਗਰਸ ਦੇ ਰਾਹੀਂ ਇਹ ਉਮੀਦ ਕੀਤੀ ਜਾਣੀ ਬਣਦੀ ਹੈ ਭਵਿੱਖ ਦੇ ਵਿੱਚ। ਸੁਖਵਿੰਦਰ ਜੀ, ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।